ਬੀਬੀ ਭਾਨੀ ਜੀ ਸੁਣੋ ਇਤਿਹਾਸ। ਬੀਬੀ ਭਾਨੀ ਗੁਰਪੁੱਤਰੀ, ਗੁਰਪਤਨੀ, ਗੁਰਮਾਤਾ, ਗੁਰਦਾਦੀ, ਗੁਰਪੜਦਾਦੀ, ਗੁਰਨਗੜਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ। ਬੀਬੀ ਭਾਨੀ ਜੀ ਦਾ ਜਨਮ 21 ਮਾਘ ਸੰਮਤ 1591 ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਘਰ ਮਾਤਾ ਮਨਸਾ ਦੇਵੀ ਜੀ ਦੀ ਕੁੱਖੋਂ ਹੋਇਆ। ਬੀਬੀ ਜੀ ਸੁੰਦਰ ਮਿੱਠ ਬੋਲੜੇ ਤੇ ਸਾਰਿਆਂ ਤੋਂ ਛੋਟੇ ਹੋਣ ਕਰਕੇ ਸਾਰੇ ਪਰਿਵਾਰ ਦੇ ਬੜੇ ਹੀ ਲਾਡਲੇ ਸਨ ਅਤੇ ਜਿੰਨੇ ਇਹ ਲਾਡਲੇ ਤੇ ਪਿਆਰੇ ਜਾਂਦੇ ਉਨੇ ਹੀ ਇਹ ਧਾਰਮਿਕ ਤੇ ਸੇਵਾ ਸਿਮਰਨ ਵਿੱਚ ਸਾਰਿਆਂ ਨਾਲੋਂ ਮੂਹਰੇ। ਸਿੱਖ ਇਤਿਹਾਸ ਵਿੱਚ ਅੰਕਿਤ ਹੈ ਕਿ ਛੋਟੀ ਅਵਸਥਾ ਵਿੱਚ ਹੀ ਪ੍ਰਭੂ ਸਿਮਰਨ ਤੇ ਭਗਤੀ ਵਿੱਚ ਲੀਨ ਸਨ। ਇਕੱਲ ਨੂੰ ਪਸੰਦ ਕਰਦੇ, ਹਰ ਸਮੇਂ ਪ੍ਰਭੂ ਨਾਲ ਬਿਰਤੀ ਲਾਈ ਰੱਖਦੇ, ਨਿਮਰਤਾ, ਸ੍ਰੇਸ਼ਟ ਬੁੱਧੀ, ਸਹਿਣਸ਼ੀਲਤਾ, ਸਿਦਕ, ਸੇਵਾ ਭਾਵ ਜਿਹੇ ਗੁਣ ਬਚਪਨ ਵਿੱਚ ਹੀ ਧਾਰਨ ਕਰ ਲਏ ਸਨ। ਆਪਣੇ ਭੈਣ ਭਰਾਵਾਂ ਦਾ ਸਤਿਕਾਰ ਤੇ ਮਾਣ ਕਰਦੇ। ਬੀਬੀ ਜੀ ਬਚਪਨ ਤੋਂ ਗਹਿਰ ਗੰਭੀਰ ਰਹਿ ਕੇ ਪ੍ਰਭੂ ਸਿਮਰਨ ਵਿੱਚ ਹੀ ਲੀਨ ਸਨ। ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਇੱਧਰ ਪ੍ਰੇਰਦੇ। ਮੌਤ ਦੇ ਸੱਚ ਨੂੰ ਵੀ ਆਪਣੇ ਬਚਪਨ ਵਿੱਚ ਹੀ ਜਾਣ ਲਿਆ ਸੀ। ਇੱਕ ਵਾਰੀ ਆਪਣੇ ਗੁਰਪਿਤਾ ਦੀ ਆਗਿਆ ਪਾ ਕੇ ਆਪ ਆਪਣੀਆਂ ਸਖੀਆਂ ਨਾਲ ਪੀਂਘਾਂ ਝੂਟਣ ਗਏ। ਸਾਰਿਆਂ ਨੂੰ ਇਕੱਠੇ ਕਰਕੇ ਕਿਹਾ, ਤੁਸੀਂ ਕਿਵੇਂ ਹਿਰਨ ਵਾਂਗ ਚੁੱਗੀਆਂ ਲਾ ਰਹੀਆਂ ਹੋ? ਤੁਹਾਨੂੰ ਪਤਾ ਨਹੀਂ ਮੌਤ ਆਪਣੇ ਸਿਰਾਂ 'ਤੇ ਰਾਜ ਕਰ ਰਹੀ ਹੈ। ਪਤਾ ਨਹੀਂ ਕਿਹੜੇ ਵੇਲੇ ਆ ਜਾਵੇ। ਅਸੀਂ ਤਾਂ ਬੇਸਮਝ ਹਾਂ ਭੇਡਾਂ ਵਾਂਗ। ਕਸਾਈ ਰੂਪ ਮੌਤ ਸਾਡੇ ਸਿਰ 'ਤੇ ਖੜੀ ਝਾਕ ਰਹੀ ਹੈ। ਫਿਰ ਗੁਰੂ ਨਾਨਕ ਦੇਵ ਜੀ ਦੇ ਸੋਹਿਲਾ ਰਾਗ ਗੌੜੀ ਦੀਪਕੀ ਮਾਲਾ ਪਹਿਲਾ 'ਚੋਂ ਐਵੇਂ ਕਿਹਾ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ ਨਾਨਕ ਸਹਿਦੈ ਅਵਨ। ਮੈਕਾਲਿਫ ਵੀ ਲਿਖਦਾ ਹੈ ਕਿ ਉਹ ਬੀਬੀ ਭਾਨੀ ਬਚਪਨ ਵਿੱਚ ਹੀ ਪ੍ਰਭੂ ਭਗਤੀ ਦੀ ਮਹਾਨਤਾ ਅਤੇ ਮੌਤ ਦੇ ਸੱਚ ਨੂੰ ਭਲੀ ਭਾਂਤੀ ਜਾਣ ਗਏ ਸਨ। ਜਿਸ ਜਗਿਆਸੂ ਦੀ ਲਿਵ ਗੁਰਚਰਨਾਂ ਵਿੱਚ ਲੱਗ ਗਈ ਹੋਵੇ ਉਸਨੂੰ ਸੰਸਾਰਕ ਪਦਾਰਥਾਂ ਦੀ ਖਿੱਚ ਨਹੀਂ ਰਹਿ ਸਕਦੀ। ਸੁੰਦਰ ਵਸਤਰ ਪਾ ਕੇ ਸਰੀਰ ਨੂੰ ਗਹਿਣਿਆਂ ਆਦਿ ਨਾਲ ਸਜਾਉਣਾ ਉਹਨਾਂ ਨੂੰ ਨਹੀਂ ਭਾਉਂਦਾ। ਉਹ ਵਸਤਰ ਵੀ ਬਹੁਤ ਸਾਦੇ ਪਸੰਦ ਕਰਦੇ ਹਨ। ਕਿ ਬੀਬੀ ਭਾਨੀ ਜੀ ਇੱਕ ਸਿੱਖ ਨੇ ਉਸਦੇ ਵਿਆਹ 'ਤੇ ਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਕੁਝ ਪੈਸੇ ਦੇਣਾ ਚਾਹੁੰਦਾ ਹੈ ਤਾਂ ਕਿ ਉਹ ਆਪਣੇ ਮਨਪਸੰਦ ਦੇ ਕੱਪੜੇ ਤੇ ਗਹਿਣੇ ਲੈ ਲਵੇ। ਇਹ ਸਿੱਖ ਦੀਆਂ ਗੁਰੂ ਜੀ ਨਾਲ ਗੱਲਾਂ ਸੁਣ ਬੀਬੀ ਜੀ ਨੇ ਉਸ ਗੁਰੂ ਸਿੱਖ ਨੂੰ ਆਸਾਂ ਦੀ ਵਾਰ 'ਚੋਂ ਇਵੇਂ ਪੜ੍ਹ ਕੇ ਸੁਣਾਇਆ, ਕੂੜ ਸੋਇਨਾ ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ, ਕੂੜ ਰੂਪ ਅਪਾਰ। ਉਸ ਗੁਰਸਿੱਖ ਨੂੰ ਚੇਤਾ ਕਰਾਇਆ ਕਿ ਧਨ ਦਾ ਠੀਕ ਉਪਯੋਗ ਇਹ ਹੈ ਕਿ ਇਹ ਧਨ ਲੰਗਰ ਵਿੱਚ ਪਵੇ ਤਾਂ ਗੁਰੂ ਦੇ ਲੰਗਰ ਵਿੱਚ ਕਦੇ ਤੋਟ ਨਾ ਆਵੇ, ਜਿੱਥੇ ਹਰ ਯਾਤਰੀ ਦੀ ਲੋੜ ਪੂਰੀ ਹੁੰਦੀ ਹੈ। ਉੱਪਰ ਦੱਸਣ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਭਾਨੀ ਜੀ ਨੂੰ ਬਚਪਨ ਵਿੱਚ ਕਿੰਨੀ ਬਾਣੀ ਕੰਠ ਸੀ। ਆਪ ਉੱਥੇ ਉਹ ਬਾਣੀ ਗਾਉਂਦੇ ਜਿੱਥੇ ਉਹ ਢੁਕਦੀ ਹੁੰਦੀ। ਬੀਬੀ ਜੀ ਲੰਗਰ ਵਿੱਚ ਆਮ ਸਿੱਖਾਂ ਵਾਂਗ ਸੇਵਾ ਕਰਦੇ, ਸਗੋਂ ਗੁਰੂ ਜੀ ਦੀ ਸਪੁੱਤਰੀ ਦੇ ਰੂਪ ਵਿੱਚ ਨਹੀਂ। ਇਸ ਲਈ ਆਪ ਜੀ ਨੇ ਸੰਗਤ ਦਾ ਮਨ ਮੋਹ ਲਿਆ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ, ਰਹੇ ਨਿੰਮ ਸੇਵ ਕਮਾਵੇ, ਅਨੁਸਾਰੀ ਹੋਏ ਸਦਾ ਚਿਤਾਵੇ। ਐਨੀ ਸੇਵਾ ਵਿੱਚ ਗਲਤਾਨ ਹੋ ਕੇ ਵੀ ਬੀਬੀ ਜੀ ਆਪਣੀ ਸੁਰਤ ਅਕਾਲ ਪੁਰਖ ਦੇ ਨਾਲ ਹੀ ਟਿਕਾਈ ਰੱਖਦੇ ਸਨ, ਪਰ ਕਿਸੇ ਨੂੰ ਜ਼ਾਹਿਰ ਨਹੀਂ ਸੀ ਹੋਣ ਦਿੰਦੇ ਤੇ ਫਰਮਾਉਂਦੇ, ਆਛੇ ਕੰਮ ਦਿਖਾਣ ਚਾਹੇ ਲਾਭ ਘਟੇ ਪਖੰਡ ਇਸਮਾਹੇ। ਕਹਿੰਦੇ ਹਨ ਕਿ ਭਲੇ ਕੰਮ ਕਰਕੇ ਦਿਖਾਵਾ ਕਰਨ ਨਾਲ ਇਸ ਦਾ ਲਾਭ ਘਟ ਜਾਂਦਾ ਹੈ ਤੇ ਫਿਰ ਪਖੰਡ ਬਣ ਕੇ ਰਹਿ ਜਾਂਦਾ ਹੈ। ਤਾਰੀਖ ਪੰਜਾਬ ਦਾ ਕਰਤਾ ਬੂਟੇ ਸ਼ਾਹ ਲਿਖਦਾ ਹੈ ਕਿ ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਸੇਵਾ ਨੂੰ ਹਮੇਸ਼ਾ ਪਹਿਲ ਦਿੰਦੇ ਸਨ। ਪਿਤਾ ਦੀ ਸੇਵਾ ਤੋਂ ਇੱਕ ਮਿੰਟ ਵੀ ਅਵਾਸਲੇ ਨਹੀਂ ਹੁੰਦੇ ਸਨ। ਆਪਣੇ ਪਿਤਾ ਜੀ ਦੀ ਪਿਤਾ ਕਰਕੇ ਨਹੀਂ, ਸਗੋਂ ਇਹਨਾਂ ਨੂੰ ਈਸ਼ਵਰ ਰੂਪ ਜਾਣ ਕੇ ਮਾਣ ਸਤਿਕਾਰ ਕਰਦੇ ਸਨ। ਜਿੱਥੇ ਇਹ ਆਪਣੇ ਪਿਤਾ ਜੀ ਦਾ ਹਰ ਤਰ੍ਹਾਂ ਦਾ ਧਿਆਨ ਤੇ ਸਹੂਲਤਾਂ ਪ੍ਰਦਾਨ ਕਰਦੇ ਸਨ ਅਤੇ ਆਪਣੇ ਮਾਤਾ ਮਨਸਾ ਦੇਵੀ ਜੀ ਦਾ ਵੀ ਸਮਾਜ ਸੁਧਾਰ ਵਾਲੀ ਹਰ ਕੋਸ਼ਿਸ਼ ਨੂੰ ਸਫਲ ਕਰਨ ਵਿੱਚ ਸਹਾਈ ਹੁੰਦੇ। ਕਿਹਾ ਜਾਂਦਾ ਹੈ ਕਿ ਇੱਕ ਵਾਰੀ ਮਾਤਾ ਮਨਸਾ ਦੇਵੀ ਜੀ ਨੇ ਆਪਣੇ ਗੁਰੂ ਪਿਤਾ ਨੂੰ ਕਿਹਾ ਕਿ ਆਪਣੀ ਬੱਚੀ ਭਾਨੀ ਹੁਣ ਵਰਯੋਗ ਹੋ ਗਈ ਹੈ, ਇਸ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ। ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਨੇ ਪ੍ਰੋਹਿਤ ਨੂੰ ਸੱਦਿਆ ਤੇ ਮਾਤਾ ਮਨਸਾ ਦੇਵੀ ਨੂੰ ਵੀ ਸੱਦ ਕਿਹਾ, ਪ੍ਰੋਹਿਤ ਨੂੰ ਦੱਸੋ ਕਿ ਵਰ ਕਿਹੋ ਜਿਹਾ, ਕਿੱਡਾ ਕੁ ਹੋਣਾ ਚਾਹੀਦਾ ਹੈ। ਉੱਧਰੋਂ ਭਾਈ ਜੇਠਾ ਜੀ ਸੇਵਾ ਦਾ ਟੋਕਰਾ ਸਿਰ 'ਤੇ ਚੁੱਕੀ ਲੰਘ ਰਿਹਾ ਸੀ। ਮਾਤਾ ਜੀ ਉਸ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਐਡਾ ਉੱਚਾ ਲੰਮਾ ਇਹੋ ਜਿਹਾ ਸੁਨੱਖਾ ਹੋਵੇ ਤੇ ਮਿਹਨਤੀ ਹੋਏ। ਕਿਉਂਕਿ ਗੁਰੂ ਜੀ ਇਸ ਨੂੰ ਸੇਵਾ ਲਗਨ ਨਾਲ ਕਰਕੇ ਵੇਖਦੇ ਸਨ। ਗੁਰੂ ਜੀ ਨੇ ਕਿਹਾ, ਪ੍ਰੋਹਿਤ ਜੀ ਬਸ ਇਹੋ ਜਿਹਾ ਤਾਂ ਇਹੀ ਹੈ, ਤੁਸੀਂ ਇਸ ਦੇ ਪਿੰਡ ਪੀੜੀ ਪਿਓ ਬਾਰੇ ਪਤਾ ਕਰਕੇ ਦੱਸਣਾ।
ਪ੍ਰੋਹਤ ਨੇ ਛਾਣਬੀਣ ਕਰਕੇ ਉਸ ਬਾਰੇ ਦੱਸਿਆ ਕਿ ਸੋਢੀ ਵੰਸ਼ ਵਿੱਚੋਂ ਲਾਹੌਰ ਦੇ ਰਹਿਣ ਵਾਲਾ ਹਰੀਦਾਸ ਦਾ ਸਪੁੱਤਰ ਹੈ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਆਮ ਪ੍ਰਚਾਰਕ ਤੇ ਇਤਿਹਾਸਕਾਰ ਭਾਈ ਜੇਠਾ ਜੀ ਨੂੰ ਅਨਾਥ ਜਾਂ ਯਤੀਮ ਕਰਕੇ ਲਿਖਦੇ ਆਏ ਹਨ, ਪਰ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ। ਕਿਉਂ ਬਹੁਤ ਥਾਂ ਵਿਆਹ ਵਿੱਚ ਇਹਨਾਂ ਦੇ ਪਿਤਾ ਦੀ ਹਾਜ਼ਰੀ ਦੀ ਗੱਲ ਜ਼ਰੂਰ ਕਹੀ ਗਈ ਹੈ। ਕੇਸਰ ਸਿੰਘ ਛੀਬਰ ਬੰਸਾਵਲੀ 10 ਪਾਤਸ਼ਾਹੀ ਪੰਨਾ ਵਿੱਚ ਲਿਖਦੇ ਹਨ ਕਿ ਹਿੱਤ ਖੁਸ਼ੀ ਹੋਏ ਤਿਸਦੇ ਮਾਤਾ ਪਾਸ ਆਇਆ ਸੂਰਜ ਪ੍ਰਕਾਸ਼। ਤੇ ਪੰਨਾ ਇਉਂ ਲਿਖਿਆ ਹੈ, ਲੀਨ ਸਦਾਏ ਮਾਤ ਪਿਤ ਤਵੇ ਕਹੀਂ ਜਗਾਏ ਹਰਕਤ ਸਭੇ। ਮੈਕਾਲਿਫ ਲਿਖਦਾ ਹੈ ਕਿ ਸਿੱਖ ਰਲਜੀਨ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਦੇ ਵਰ ਲਈ ਰਾਮਦਾਸ ਨੂੰ ਪਸੰਦ ਕੀਤਾ ਅਤੇ ਪਿੱਛੋਂ ਵਰ ਦੇ ਪਿਤਾ ਹਰੀਦਾਸ ਨੂੰ ਪੱਤਰ ਲਿਖਿਆ। ਉੱਧਰੋਂ ਹਾਂ ਹੋਣ ਦੇ ਪਿੱਛੋਂ ਉਹਨਾਂ ਦੀ ਵਿਆਹ ਦੀ ਤਿਥੀ ਨਿਯਤ ਕਰ ਦਿੱਤੀ ਗਈ। ਲਾਹੌਰ ਤੇ ਬਰਾਤ ਗੋਇੰਦਵਾਲ ਪੁੱਜੀ। ਭਰਾ ਮੋਹਰੀ ਜੀ ਨੇ ਅੱਗੇ ਵਧ ਕੇ ਬਰਾਤ ਦਾ ਸਵਾਗਤ ਕੀਤਾ। ਜਦ ਨੀਂਗਰ ਸਹੁਰੇ ਘਰ ਦੇ ਦਰਵਾਜ਼ੇ ਅੱਗੇ ਪੁੱਜੇ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ, ਪੁੱਤਰ ਜੇਠੇ, ਸਾਡੇ ਘਰ ਦਾ ਰਿਵਾਜ਼ ਹੈ ਕਿ ਜੋ ਦੁਲਹਾ ਦੁਲਹਨ ਦੇ ਘਰ ਆਵੇ ਤਾਂ ਉਸਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਇਸ ਲਈ ਤੁਸੀਂ ਵੀ ਪ੍ਰਾਰਥਨਾ ਕਰੋ। ਜੇਠਾ ਜੀ ਨੇ ਉਸ ਸਮੇਂ ਮੁੱਖ ਰੱਖਦਿਆਂ ਰਹਿਰਾਸ ਵਿੱਚ ਆਏ ਗੁਜਰੀ ਮਹੱਲਾ ਚੌਥਾ ਪਹਿਲੀ ਪੌੜੀ ਦਾ ਪਾਠ ਕੀਤਾ। ਹਰਿ ਕੇ ਜਨ ਸਤਿਗੁਰ ਸਤਿਪੁਰਖਾ ਬਿਨਿਓ ਕਰੋ ਗੁਰਪਾਸ। ਹਰਿ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਛਕਾਈ। ਹਰਿ ਕੀਰਤ ਹਮਰੀ ਰਹਿਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਦਾ ਹਰਿ ਪਿਆਸ। ਹਰਿ ਹਰਿ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰਿ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰਿਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ ਜਿਤ ਹਰਿ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਡਾਕਟਰ ਹਰੀ ਰਾਮ ਗੁਪਤਾ ਵੀ ਬੀਬੀ ਭਾਨੀ ਜੀ ਦੇ ਵਿਆਹ ਦੀ ਮਿਤੀ ਨੂੰ ਮੰਨਦਾ ਹੈ। ਬੀਬੀ ਭਾਨੀ ਜੀ ਦੇ ਪਿਤਾ ਪਤੀ ਸੇਵਾ ਭਾਵਨਾ ਤੇ ਭਗਤੀ ਭਾਵ ਨਿਖੇੜਨਾ ਮੁਸ਼ਕਿਲ ਹੈ। ਆਪ ਸੇਵਾ ਸਿਮਰਨ ਸਿਦਕ ਸਬਰ ਦਾ ਸਖਿਆਤ ਨਮੂਨਾ ਸਨ। ਆਪ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਪਾਲਣ ਵਿੱਚ ਲਾਸਾਨੀ ਸਨ। ਮਹਿਮਾ ਪ੍ਰਕਾਸ਼ ਵਿੱਚ ਸਰੂਪ ਦਾਸ ਭਲਾ ਇਉਂ ਲਿਖਦਾ ਹੈ ਕਿ ਆਵੇਦ ਭਗਤ ਸਤਿਗੁਰ ਜੀ ਕਰੇ ਸੋ ਮਨ ਤਨ ਹੋਏ। ਮੁਕਤ ਜੁਗਤ ਸੁਖ ਭੁਗਤ ਸਬਤਾਂ ਕੇ ਭਲੇ ਪਾਏ। ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ, ਛੋਟੀ ਸੂਤਾ ਸੇਵ ਨੱਤ ਕਰੇ ਲਖੇ ਭ੍ਰਮ ਇਉਂ ਭਾਉ ਸੋ ਧਰੇ। ਪਿਤ ਕਰ ਨਾ ਜਾਣੇ ਬਹੁ ਸਿਆਣੀ ਭਾਉ ਭਗਤ ਕੋ ਤਨ ਜਨ ਭਾਨੀ। ਬੀਬੀ ਭਾਨੀ ਜੀ ਆਗਿਆਕਾਰੀ ਪਰਉਪਕਾਰੀ ਜਿਹੇ ਸਭਿਆਂ ਗੁਣਾਂ ਪ੍ਰਭੂ ਦੀ ਰਜ਼ਾ ਵਿੱਚ ਰਹਿਣ ਵਾਲੇ ਉਹਨਾਂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਸਨ ਅਤੇ ਪਰਿਵਾਰ ਅਤੇ ਸਮਾਜ ਵਿੱਚੋਂ ਜੋ ਕੁਝ ਪ੍ਰਾਪਤ ਕਰਨ ਤੋਂ ਪਿੱਛੋਂ ਉਹਨਾਂ ਧਰਮ ਤੇ ਸਮਾਜ ਨੂੰ ਅਰਪਣ ਕੀਤਾ। ਉਹ ਵਿਖਾਵੇ ਦੀ ਭਾਵਨਾ ਦੇ ਉਲਟ ਸਨ। ਬੀਬੀ ਜੀ ਸਦਾਚਾਰਕ ਪੱਖ ਤੇ ਚਰਿੱਤਰਕ ਦੀ ਮਹਾਨਤਾ ਬਾਰੇ ਗੁਰੂ ਅਮਰਦਾਸ ਜੀ ਨੇ ਇਹਨਾਂ ਦੀ ਪ੍ਰਸ਼ੰਸਾ ਵਿੱਚ ਸੂਰਜ ਪ੍ਰਕਾਸ਼ ਵਿੱਚ ਇਉਂ ਲਿਖਿਆ ਹੈ, ਤੀਨੋਂ ਕਾਲ ਬਿਖੇਤ ਤਲ ਜੈਸੀ ਹੋਏ ਨਾ ਹੈ ਹੋਵੇਗੀ ਐਸੀ। ਪਿਤਾ ਗੁਰੂ ਜਗ ਗੁਰੂ ਹੋਏ ਕੰਤ ਪੁੱਤਰ ਗੁਰੂ ਪੁੱਤਰ ਹੋਏ ਮਹੰਤ। ਕਿਆ ਅਬ ਕਹੂੰ ਤੇਰੀ ਵਡਿਆਈ ਜਿਸਕਾ ਸਮ ਕੋ ਹੋਵੇ ਨਾ ਸਕਾਈ। ਬੀਬੀ ਜੀ ਦੀ ਗੁਰੂ ਅਮਰਦਾਸ ਜੀ ਪ੍ਰਤੀ ਇੱਕ ਸਾਖੀ ਆਉਂਦੀ ਹੈ। ਆਪ ਬਚਪਨ ਤੋਂ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਆ ਰਹੇ ਸਨ ਤੇ ਸੇਵਾ ਵੀ ਬੜੇ ਪਿਆਰ ਤੇ ਸ਼ਰਧਾ ਨਾਲ ਕਰਦੇ। ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸਗੋਂ ਗੁਰੂ ਜਾਣ ਕੇ ਨਿਸ਼ਕਾਮ ਸੇਵਾ ਕਰਦੇ। ਬੀਬੀ ਜੀ ਦੀ ਇਸ ਸੇਵਾ ਦੀ ਕਥਾ ਨੂੰ ਗ੍ਰੰਥਾਂ ਵਿੱਚ ਭਿੰਨ ਭਿੰਨ ਢੰਗਾਂ ਨਾਲ ਅੰਕਿਤ ਕੀਤਾ ਗਿਆ ਹੈ। ਕੋਈ ਸਮਾਧੀ ਵੇਲੇ ਚੌਂਕੀ ਦਾ ਪਾਵਾ ਟੁੱਟਦਾ ਦੱਸਦਾ ਹੈ, ਕੋਈ ਲਿਖਦਾ ਹੈ ਕਿ ਗੁਰੂ ਜੀ ਬਿਰਧ ਅਵਸਥਾ ਵਿੱਚ ਤਾਂ ਸਨ ਹੀ। ਬੀਬੀ ਇਹਨਾਂ ਨੂੰ ਇਸ਼ਨਾਨ ਕਰਾ ਰਹੇ ਸਨ ਕਿ ਚੌਂਕੀ ਜਿਸ ਉੱਪਰ ਗੁਰੂ ਜੀ ਬਹਿ ਕੇ ਇਸ਼ਨਾਨ ਕਰ ਰਹੇ ਸਨ, ਇੱਕ ਪਾਵਾ ਟੁੱਟ ਗਿਆ ਤਾਂ ਬੀਬੀ ਜੀ ਨੇ ਇਹ ਜਾਣ ਕੇ ਇੱਧਰੋਂ ਉੱਲਰ ਕੇ ਗੁਰੂ ਜੀ ਡਿੱਗ ਪੈਣਗੇ ਹੇਠਾਂ ਪੈਰ ਦੇ ਦਿੱਤਾ ਤੇ ਟੁੱਟੇ ਥਾਂ ਤੇ ਕਿੱਲ ਪੈਰ ਵਿੱਚ ਵੱਜ ਕੇ ਲਹੂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਇਹ ਲਹੂ ਵਾਲਾ ਪਾਣੀ ਗੁਰੂ ਜੀ ਨੇ ਵੇਖਿਆ ਤਾਂ ਬੀਬੀ ਭਾਨੀ ਜੀ ਨੂੰ ਲਹੂ ਦਾ ਕਾਰਨ ਪੁੱਛਿਆ ਤਾਂ ਨੀਤੜਕ ਪੈਰ ਹੇਠਾਂ ਦਿੱਤੀ ਰੱਖਿਆ ਤੇ ਕੁਝ ਗੱਲ ਨਹੀਂ ਕਹਿ ਕੇ ਟਾਲ ਦਿੱਤਾ ਤੇ ਸ਼ਾਂਤ ਚਿੱਤ ਇਸ਼ਨਾਨ ਕਰਾਈ ਗਏ। ਗੁਰੂ ਜੀ ਫਿਰ ਨੇ ਪੁੱਛਿਆ ਕਿ ਇਹ ਲਹੂ ਰੰਗਾ ਪਾਣੀ ਕਿੱਥੋਂ ਆ ਗਿਆ ਤਾਂ ਬੀਬੀ ਜੀ ਨੇ ਪੈਰ ਦੀ ਚੋਟ ਬਾਰੇ ਦੱਸਿਆ। ਗੁਰੂ ਜੀ ਨੇ ਕਿਹਾ ਕਿ ਤੇਰੀ ਸੇਵਾ ਘਾਲ ਥਾਂਏ ਪਈ ਹੈ। ਗੁਰੂ ਜੀ ਹੋਰਾਂ ਖੁਸ਼ ਹੋ ਕੇ ਵਰ ਦਿੱਤਾ ਕਿ ਤੇਰੀ ਸੰਤਾਨ ਮਹਾਨ ਹੋਵੇਗੀ ਤੇ ਸੰਸਾਰ ਉਸਦੀ ਪੂਜਾ ਕਰੇਗਾ। ਭਾਈ ਸੰਤੋਖ ਸਿੰਘ ਲਿਖਦਾ ਹੈ, ਸੰਤਤ ਤੇਰੀ ਬਣੇ ਮਹਾਨ ਸਕਲ ਜਗਤ ਕੀ ਹੋਵੇ ਪੂਜਾ। ਆਮ ਇਤਿਹਾਸਕਾਰ ਇਹ ਸੇਵਾ ਬਦਲੇ ਗੁਰੂ ਜੀ ਨੇ ਬੀਬੀ ਜੀ ਨੂੰ ਕੁਝ ਵਰ ਮੰਗਣ ਲਈ ਗੁਰੂ ਜੀ ਨੇ
ਕਿਹਾ ਤਾਂ ਬੀਬੀ ਜੀ ਨੇ ਕਿਹਾ ਕਿ ਅੱਗੇ ਤੋਂ ਗੁਰਗੱਦੀ ਘਰੇ ਰਹੇ। ਪਰ ਬੀਬੀ ਜੀ ਦੀ ਇਹ ਮੰਗ ਬੀਬੀ ਜੀ ਦੀ ਨਿਸ਼ਕਾਮਤਾ, ਉੱਚੀ ਆਤਮ ਅਵਸਥਾ ਨੂੰ ਛੁਟਿਆਉਣ ਵਾਲੀ ਗੱਲ ਜਾਪਦੀ ਸੀ। ਜੇ ਉਹਨਾਂ ਇਹ ਮੰਗ ਮੰਗੀ ਤਾਂ ਬੀਬੀ ਜੀ ਸਾਰੀ ਸੇਵਾ ਕਿਸ ਖਾਸ ਉਦੇਸ਼ ਜਾਂ ਮਤਲਬ ਲਈ ਸੀ, ਜਿਸ ਬਦਲੇ ਉਹਨਾਂ ਇਹ ਵਰ ਮੰਗਿਆ। ਪਰ ਇਹ ਗੱਲ ਬੀਬੀ ਜੀ ਦੇ ਸੁਭਾਅ ਜਾਂ ਗੁਣਾਂ ਦੇ ਅਨੁਕੂਲ ਨਹੀਂ। ਉਹ ਤਾਂ ਪਿਤਾ ਲਈ ਆਪਣੀ ਜਾਨ ਤੱਕ ਨਿਛਾਵਰ ਕਰ ਸਕਦੀ ਸੀ। ਇਹ ਵਰ ਮੰਗਣ ਵਾਲੀ ਗੱਲ ਨਿਮੂਲ ਹੈ। ਇਸ ਦੀ ਪੁਸ਼ਟੀ ਡਾਕਟਰ ਤੇਜਿੰਦਰ ਕੌਰ ਜੀਵਨੀ ਬੀਬੀ ਭਾਨੀ ਵਿੱਚ ਇਵੇਂ ਕਰਦੇ ਹਨ। ਫਿਰ ਭਲਾ ਖੁਦ ਆਪਣੇ ਮੁਖ ਤੋਂ ਗੁਰੂ ਜੀ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਉਹਨਾਂ ਬੀਬੀ ਭਾਨੀ ਦੀ ਉਹਨਾਂ ਨੇ ਉਸ ਦੀ ਸੇਵਾ ਬਦਲੇ ਕੁਝ ਦਿੱਤਾ ਜਾਵੇ। ਪਰ ਇਹ ਗੱਲ ਅਲੱਗ ਵੱਖਰੀ ਹੈ ਕਿ ਅੰਤਰਯਾਮੀ ਸਰਬੱਗ ਗੁਰੂ ਅਮਰਦਾਸ ਜੀ ਖੁਦ ਉਹਨਾਂ ਦੀ ਤੇ ਉਹਨਾਂ ਦੇ ਪਤੀ ਦੀ ਭਗਤੀ ਨੂੰ ਦੇਖ ਕੇ ਜਾਣ ਗਏ ਹੋਣਗੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਵੱਧ ਹੋਰ ਕੋਈ ਗੁਰੂ ਪਰੰਪਰਾ ਨੂੰ ਅੱਗੇ ਅੱਛੇ ਢੰਗ ਨਾਲ ਨਿਭਾ ਨਹੀਂ ਸਕੇਗਾ ਤੇ ਪ੍ਰਸੰਨ ਹੋ ਕੇ ਵਰਦਾਨ ਦੇ ਦੇਣ। ਬੀਬੀ ਜੀ ਨਾਲ ਵਰਦਾਨ ਦੀ ਘਟਨਾ ਨੂੰ ਜੋੜ ਕੇ ਉਹਨਾਂ ਨੂੰ ਅਸੀਂ ਉੱਚਾ ਸਥਾਨ ਨਹੀਂ ਦਿੰਦੇ, ਬਲਕਿ ਸਗੋਂ ਉੱਚ ਸਥਾਨ ਤੇ ਵਿਰਾਜਮਾਨ ਬੀਬੀ ਜੀ ਮਹਾਨ ਹਸਤੀ ਨੂੰ ਤੁੱਛ ਸਿੱਧ ਕਰ ਦਿੰਦੇ ਹਾਂ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਪ੍ਰੀਖਿਆ ਲਈ ਬੀਬੀ ਭਾਨੀ ਅਤੇ ਬੀਬੀ ਦਾਨੀ ਦੇ ਘਰ ਵਾਲਿਆਂ ਨੂੰ ਸੱਦ ਕੇ ਉਹਨਾਂ ਦੇ ਬੈਠਣ ਲਈ ਇੱਕ ਥੜਾ ਬਣਾਉਣ ਦਾ ਆਦੇਸ਼ ਦਿੱਤਾ। ਦੋਵਾਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਸਾਰੀ ਦਿਹਾੜੀ ਲਾ ਕੇ ਗੁਰੂ ਜੀ ਦੇ ਕਹੇ ਅਨੁਸਾਰ ਥੜੇ ਬਣਾਏ। ਸ਼ਾਮ ਨੂੰ ਗੁਰੂ ਜੀ ਭਾਈ ਰਾਮੇ ਜੀ ਦੇ ਥੜੇ ਪਾਸ ਜਾ ਕੇ ਕਿਹਾ, ਇਹ ਤੂੰ ਠੀਕ ਨਹੀਂ ਬਣਾਈ, ਬੈਠਣ ਹੇਠ ਨਾ ਹਮਕੋ ਭਾਈ। ਗੁਰੂ ਜੀ ਨੇ ਭਾਈ ਰਾਮਾ ਜੀ ਨੂੰ ਕਿਹਾ, ਤੇਰਾ ਥੜਾ ਠੀਕ ਨਹੀਂ, ਬੈਠਣ ਯੋਗ ਨਹੀਂ ਹੈ, ਇਸ ਤਰ੍ਹਾਂ ਬਣਾਓ। ਭਾਈ ਰਾਮਾ ਨਿਰਾਸ਼ ਹੋ ਕੇ ਉਹਨਾਂ ਨੇ ਥੜਾ ਢਾਹ ਦਿੱਤਾ ਤੇ ਫਿਰ ਬਣਾਉਣਾ ਸ਼ੁਰੂ ਕਰ ਦਿੱਤਾ। ਉੱਧਰ ਭਾਈ ਜੇਠਾ ਜੀ ਪਾਸ ਜਾ ਕੇ ਕਿਹਾ ਕਿ ਜਿਸ ਤਰ੍ਹਾਂ ਦੱਸਿਆ ਉਸ ਤਰ੍ਹਾਂ ਨਹੀਂ ਬਣਾਇਆ। ਹਮਰੇ ਆਇਆ ਤੋ ਨਾ ਲਿਓ, ਯਥਾ ਬਤਾਈ ਤਿਆ ਨਾ ਕਰੀ। ਭਾਈ ਜੇਠਾ ਜੀ ਖਿੜੇ ਮੱਥੇ ਥੜਾ ਢਾਹ ਕੇ ਕਿਹਾ, ਉਸ ਕੋਲੋਂ ਗਲਤੀ ਹੋ ਗਈ ਕਿ ਗੁਰੂ ਜੀ ਨੇ ਆਸ਼ੇ ਅਨੁਸਾਰ ਥੜਾ ਨਹੀਂ ਬਣਾ ਸਕਿਆ। ਗੁਰੂ ਜੀ ਫਿਰ ਦੋਵਾਂ ਨੂੰ ਕੋਲ ਸੱਦ ਦੱਸਿਆ ਕਿ ਐਡਾ ਉੱਚਾ ਐਡਾ ਚੌੜਾ ਹੋਵੇ। ਦੋਵਾਂ ਫਿਰ ਬੜੀ ਰੀਝ ਨਾਲ ਥੜੇ ਬਣਾਏ ਅਤੇ ਜਦੋਂ ਸ਼ਾਮ ਨੂੰ ਭਾਈ ਰਾਮੇ ਦਾ ਥੜਾ ਵੇਖਿਆ ਤਾਂ ਗੁਰੂ ਜੀ ਹੋਰਾਂ ਫਿਰ ਨਾ ਮਨਜ਼ੂਰ ਕੀਤਾ ਤੇ ਫਿਰ ਢਾਹ ਕੇ ਬਣਾਉਣ ਲਈ ਕਿਹਾ। ਤਾਂ ਭਾਈ ਰਾਮਾ ਕਹਿਣ ਲੱਗਾ, ਤੁਹਾਡੇ ਕਹੇ ਅਨੁਸਾਰ ਤਾਂ ਬਣਾਇਆ ਹੈ। ਹਰ ਲੰਘਣ ਵਾਲਾ ਕਹਿੰਦਾ ਸੀ ਕਿ ਸੋਹਣਾ ਬਣਿਆ ਹੈ, ਇਸ ਨੂੰ ਢਾਹ, ਹੋਰ ਕਿਹੋ ਜਿਹਾ ਬਣੇਗਾ। ਇਸ ਤਰ੍ਹਾਂ ਸਵਾਲ ਜਵਾਬ ਕਰਦੇ ਥੜਾ ਢਾਹ ਦਿੱਤਾ। ਮੈਂ ਕੈਸੇ ਕਹਿ ਦੇ ਢਹਾਈ, ਇਸ ਤੇ ਅੱਛਾ ਕਿਆ ਬਣ ਜਾਈ। ਹੁਣ ਭਾਈ ਜੇਠਾ ਜੀ ਨੂੰ ਥੜਾ ਢਾਹ ਕੇ ਬਣਾਉਣ ਲਈ ਕਿਹਾ ਤਾਂ ਜੇਠਾ ਨੇ ਕਿਹਾ ਕਿ ਗੁਰੂ ਪਿਤਾ ਜੀ, ਅਸੀਂ ਥੋੜ੍ਹੀ ਬੁੱਧੀ ਵਾਲੇ ਹਾਂ, ਸੋ ਮੇਰੇ ਪਾਸੋਂ ਗਲਤੀ ਹੋ ਗਈ ਹੈ। ਮੈਨੂੰ ਮੱਤ ਤੇ ਬੁੱਧੀ ਬਖਸ਼ੋ ਕਿ ਆਪ ਦੇ ਦੱਸਣ ਅਨੁਸਾਰ ਬਣਾ ਸਕਾਂ। ਜਿਸ ਪ੍ਰਕਾਰ ਕੀ ਦੇਹ ਬਤਾਏ ਹਿਤ ਗਾਵਾਰ ਅਬੇ ਬਣਾਏ। ਤੀਜੇ ਦਿਨ ਫਿਰ ਦੋਵੇਂ ਥੜੇ ਬਣਾਏ। ਭਾਈ ਰਾਮੇ ਦਾ ਥੜਾ ਵੇਖ ਕੇ ਗੁਰੂ ਜੀ ਨੇ ਕਿਹਾ, ਭਾਈ ਰਾਮੇ, ਜਿਸ ਤਰ੍ਹਾਂ ਦਾ ਬਣਾਉਣ ਲਈ ਤੈਨੂੰ ਕਿਹਾ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ। ਨਾ ਪਸੰਦ ਇਹ ਆਏ ਹਮਾਰੇ, ਜਿਸ ਚਾਹਿਤ ਤਮ ਨਹੀਂ ਸੁਧਾਰੇ। ਭਾਵ ਰਾਮੇ ਕਿਹਾ ਕਿ ਤੁਹਾਡੇ ਦੱਸਣ ਅਨੁਸਾਰ ਤਾਂ ਸਾਰਾ ਤਾਣ ਲਾ ਕੇ ਬਣਾਇਆ ਹੈ। ਤੁਹਾਡੀ ਅਵਸਥਾ ਬਿਰਧ ਹੋਣ ਕਰਕੇ ਤੁਸੀਂ ਆਪੇ ਹੀ ਭੁੱਲ ਜਾਂਦੇ ਹੋ ਕਿ ਥੜਾ ਕਿਸ ਤਰ੍ਹਾਂ ਦਾ ਬਣਾਉਣ ਲਈ ਕਿਹਾ ਸੀ। ਮੇਰਾ ਭਲਾ ਕੀ ਦੋਸ਼ ਇਸ ਵਿੱਚ। ਗੁਰੂ ਜੀ ਨੇ ਜਦੋਂ ਜੇਠੇ ਨੂੰ ਜਾ ਕੇ ਕਿਹਾ, ਤੇਰਾ ਥੜਾ ਵੀ ਮੈਨੂੰ ਪਸੰਦ ਨਹੀਂ, ਮੇਰੇ ਦੱਸਣ ਦੇ ਉਲਟ ਬਣਾਇਆ ਹੈ। ਭਾਈ ਜੇਠਾ ਜੀ ਨੇ ਕਿਹਾ, ਮਹਾਰਾਜ, ਦਾਸ ਬੇਸਮਝ ਹੈ ਤੇ ਕਮ ਅਕਲ ਹੈ। ਤੁਸੀਂ ਹਮੇਸ਼ਾ ਬਖਸ਼ੰਦ ਹੋ, ਦਾਸ ਦੀਆਂ ਗਲਤੀਆਂ ਨੂੰ ਚਿਤਾਰਦੇ ਨਹੀਂ ਹੋ। ਤੁਸੀਂ ਠੀਕ ਦੱਸਦੇ ਹੋ, ਪਰ ਦਾਸ ਮਤਹੀਨ ਹੋਣ ਕਰਕੇ ਵਿਸਰ ਜਾਂਦਾ ਹੈ ਕਿ ਤੁਸੀਂ ਕਿਵੇਂ ਬਣਾਉਣ ਲਈ ਕਿਹਾ ਸੀ। ਆਪਣੀ ਮਿਹਰ ਸਦਕਾ ਠੀਕ ਬਣਵਾ ਲਓ। ਇਹ ਨਿਮਰਤਾ ਵਾਲੇ ਸ਼ਬਦ ਸੁਣ ਗੁਰੂ ਜੀ ਬੜੇ ਖੁਸ਼ ਹੋਏ ਤੇ ਫਰਮਾਇਆ, ਮੈਂ ਤਾਂ ਜੇਠੇ ਜੀ ਦੀ ਸੇਵਾ ਤੋਂ ਖੁਸ਼ ਹੋ ਗਿਆ ਹਾਂ। ਇਸਨੇ ਬੜੀ ਨਿਮਰਤਾ ਤੇ ਆਗਿਆ ਵਿੱਚ ਰਹਿ ਕੇ ਕੰਮ ਕੀਤਾ ਹੈ। ਇਨਕੀ ਸੇਵਾ ਮੋਹ ਮਨ ਭਾਵੈ, ਆਪ ਕਬਹੂ ਨਾ ਕਹਿ ਜਨਾਵਨ। ਜਿਸ ਦਿਨ ਪ੍ਰੇਮ ਭਗਤ ਮਹਿ ਪਾਵਨ, ਸੋ ਬੀਬੀ ਦਾਨੀ ਆਪਣੀ ਭੈਣ ਭਾਨੀ ਤੋਂ ਪਿੱਛੇ ਰਹਿ ਗਈ। ਬੀਬੀ ਭਾਨੀ ਦੇ ਪਤੀ ਭਾਈ ਜੇਠਾ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਗਿਆ ਤੇ ਗੁਰਗੱਦੀ ਦੀ ਪਰੰਪਰਾ ਬਾਰੇ ਭਾਈ ਵੀਰ ਸਿੰਘ ਅਸ਼ਟ ਚਮਤਕਾਰ ਵਿੱਚ ਐਵੇਂ ਲਿਖਦੇ ਹਨ ਕਿ ਇਹ ਗੱਦੀ ਨਿਰੀ ਗੁਣਾਂ ਮਾਤਰ ਨੂੰ ਧਾਰਨ ਕਰਨ ਦੀ ਗੱਦੀ ਨਹੀਂ ਸੀ। ਇਸ ਤੇ ਬੈਠਣ ਵਾਲੇ ਧੁਰੋਂ ਥਾਪੇ ਹੋਏ ਆਉਂਦੇ ਸਨ। ਕੇਵਲ ਵਰਤਾਓ ਵਿੱਚ ਗੁਣ ਪ੍ਰਗਟ ਹੋ ਕੇ ਸਧਾਰਨ ਅੱਖਾਂ ਤੇ ਸੰਗਤਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਸਨ ਕਿ ਜੋ ਕੁਝ ਗੁਰੂ ਕਰਦਾ ਹੈ ਠੀਕ ਕਰਦਾ ਹੈ। ਇੱਥੇ ਗੋਇੰਦਵਾਲ ਜਦੋਂ ਸਮਰਾਟ ਅਕਬਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਅਤੇ ਗੁਰੂ ਜੀ ਨੇ ਲੰਗਰ ਦੀ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਲੰਗਰ ਨੂੰ ਚਲਾਉਣ ਲਈ ਕੁਝ ਜਗੀਰ ਦੇਣ ਦੀ ਖੁਆਇਸ਼ ਪ੍ਰਗਟ ਕੀਤੀ ਤਾਂ ਗੁਰੂ ਜੀ ਇਹ ਕਹਿ ਕੇ ਅਸਵੀਕਾਰ ਕਰ ਦਿੱਤੀ ਕਿ ਲੰਗਰ ਸਿੱਖਾਂ ਦੇ ਸੰਬੰਧ ਵਿੱਚੋਂ ਚੱਲਦਾ ਰਹੇਗਾ, ਇਹ ਕਿਸੇ ਦੀ ਜਾਗੀਰ 'ਤੇ ਨਿਰਭਰ ਨਹੀਂ। ਤਾਂ ਇਹ ਜਗੀਰ ਬੀਬੀ ਭਾਨੀ ਜੀ ਨੂੰ ਦੇਣ ਦੀ ਪੇਸ਼ਕਸ਼ ਕੀਤੀ। ਕੁਛ ਗਾਮ ਬੀਬੀ ਕੋ ਦੇਵੇ, ਸੋ ਨਹਿ ਬਰਜੋ ਮਮ ਮੁਖ ਲੇਵੇ। ਫਿਰ ਅੱਗੇ
ਪਿੰਡਾਂ ਜੇਕਰ ਪੰਥ ਪ੍ਰਕਾਸ਼ ਦੇ ਕਰਤਾ ਨੇ ਕੀਤਾ ਹੈ। ਸਮਰਾਟ ਨੇ ਬੀਬੀ ਭਾਨੀ ਜੀ ਨੂੰ ਆਪਣੀ ਧੀ ਸਮਝ ਕੇ ਇਹ ਪਿੰਡ ਦਿੱਤੇ ਸਨ। ਪੱਟਾ ਨਾ ਲੈਣਾ ਫਟਾ ਗੁਰੂ ਤਬ ਭਾਨੀ ਕੋਟਿਓ 84 ਗਾਉ ਗੁਰ ਕੋ ਦੀਨੋ ਰਾਮਦਾਸ ਗੁਰ ਗਾਵ ਸੋ ਪਾਏ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਰਾਮਦਾਸ ਹਿਤ ਗਾਮ ਸਤਲੀਨ ਗੁਰੂ ਮਹਾਰਾਜ ਜਾਨ ਭਵਿਖਤ ਸਰਬਗਤ ਵਰਦਨ ਜਥਾ ਸਮਾਜ। ਫਿਰ ਅਕਬਰ ਨੇ ਕਿਹਾ, ਪਟਾ ਪਰਗਣੇ ਕੋ ਲਿਖ ਦੀਨ ਰਹੀ ਗ੍ਰਾਮ ਸਭ ਗੁਰ ਅਧੀਨ। ਆਦ ਚੰਬਾਲ ਬੀੜ ਜਹ ਕਰੋ ਬਹੁਤ ਗ੍ਰਾਮ ਅਪ ਮੋਏ ਭਰੋ। ਆਪਣੇ ਜਨਮ ਸਕਾਰਤ ਜਾਨਾ ਗੁਰੂ ਘਰ ਕੀਤੀ ਸੇਵਾ ਮਹਾਨਾ। ਇਸ ਉੱਪਰ ਲਿਖੀ ਦੀ ਗਵਾਹੀ ਮੈਕਾਲਫ ਹਰੀਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤੋਂ ਮਿਲਦੀ ਹੈ। ਬੀਬੀ ਭਾਨੀ ਜੀ ਦੀ ਸਫਲ ਕੁੱਖੋਂ 3 ਪੁੱਤਰਾਂ ਦੇ ਜਨਮ ਲਿਆ। ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ, ਮਹਾਦੇਵ ਅਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ। ਤਿੰਨਾਂ ਪੁੱਤਰਾਂ ਨੂੰ ਹਰ ਵਕਤ ਨੇਕ ਬਣਨ, ਪਿਆਰ ਤੇ ਆਗਿਆ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਗਈ। ਬੀਬੀ ਭਾਨੀ ਜੀ ਦੀ ਸਿੱਖਿਆ ਦੇ ਗੁਣ ਸਿਰਫ ਸਭ ਤੋਂ ਛੋਟੇ ਬੱਚੇ ਸ੍ਰੀ ਅਰਜਨ ਦੇਵ ਵਿੱਚ ਹੀ ਬਿਰਧ ਹੋਏ। ਬਾਕੀ ਦੋਵਾਂ ਭਰਾ ਇਹਨਾਂ ਗੁਣਾਂ ਤੋਂ ਸੱਖਣੇ ਹੀ ਰਹਿ ਗਏ। ਪ੍ਰੀਖਿਆ ਵਿੱਚੋਂ ਪ੍ਰਿਥੀ ਚੰਦ ਫੇਲ ਹੋ ਗਿਆ। ਮਹਾਦੇਵ ਮਸਤ ਸੁਭਾਅ ਕਰਕੇ ਦੁਨੀਆ ਦੇ ਪੱਖ ਤੋਂ ਦੂਰ ਰਿਹਾ ਤਾਂ ਗੁਰਗੱਦੀ ਵਸ਼ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੀ ਮਿਲਣੀ ਸੀ। ਤਾਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਨਾਲ ਝਗੜਾ ਕਰ ਬੈਠਾ, ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਸਰੰਗ ਮਹੱਲਾ ਚੌਥਾ ਵਿੱਚ ਇਵੇਂ ਕਰਦੇ ਹਨ, ਕਾਹੇ ਪੂਤ ਝਗਰਤ ਤੋ ਸੰਗ ਬਾਪ ਜਿਨਕੇ ਜਣੇ ਬੀਡੀਰੇ ਤੁਮ ਹੋ ਤਿਨਸੋ ਝਗਰਤ ਪਾਪ। ਰਹਾਓ। ਇਸ ਝਗੜੇ ਦੀ ਗੱਲ ਕੇਸਰ ਸਿੰਘ ਵੀ ਇੰਝ ਲਿਖਦੇ ਹਨ, ਪ੍ਰਿਥੀਏ ਪਿਤਾ ਨਾਲ ਕੀਤਾ ਸੀ ਜਵਾਬ ਅਰਜਨ ਨਿਕੜਾ ਸੀ ਵੱਡੇ ਤੂੰ ਸਾਡਾ ਬਾਪ। ਅਸਾਂ ਤੇਰੇ ਅੱਗੇ ਬੇਨਤੀ ਕਰਨੀ ਤਿੰਨੇ ਪੁੱਤਰ ਅਸੀਂ ਹਾਂ ਤੇਰੇ ਸਰਨੀ। ਅੱਗੇ ਫਿਰ ਸ਼ਿਵਰ ਲਿਖਦਾ ਹੈ ਕਿ ਗੁਰੂ ਰਾਮ ਜੀ ਪ੍ਰਿਥੀਏ ਨੂੰ ਇਉਂ ਸਮਝਾਉਂਦੇ ਸਨ ਕਿ ਇਸ ਨੂੰ ਮੈਂ ਨਹੀਂ ਦਿੱਤੀ ਗੁਰਿਆਈ, ਇਹ ਥਾਪੀ ਇਸ ਨੂੰ ਨਾਨੇ ਹੈ ਲਾਈ। ਹੁਣ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਈ ਤਾਂ ਪ੍ਰਿਥੀ ਚੰਦ ਨੇ ਰਾਹ ਵਿੱਚੋਂ ਹੀ ਮਸੰਦਾਂ ਪਾਸੋਂ ਦਸਵੰਧ ਤੇ ਲੰਗਰ ਦੀਆਂ ਵਸਤੂਆਂ ਬੋਝ ਲੈਣੀਆਂ ਤਾਂ ਲੰਗਰ ਮਸਤਾਨਾ ਹੋਣ ਲੱਗਾ ਤਾਂ ਭਾਈ ਗੁਰਦਾਸ ਜੀ ਨੇ ਆ ਕੇ ਲੰਗਰ ਦਾ ਪ੍ਰਬੰਧ ਸੰਭਾਲਿਆ। ਪਰ ਬੀਬੀ ਭਾਨੀ ਜੀ ਨੇ ਹੌਸਲਾ ਨਹੀਂ ਹਾਰਿਆ, ਨਾ ਹੀ ਹੱਠ ਛੱਡਿਆ। ਸਾਰੇ ਲੰਗਰ ਦੀ ਸੇਵਾ ਤੇ ਕਰਤੱਵ ਆਪਣੇ ਹੱਥਾਂ ਨਾਲ ਪਾਲਦੇ ਰਹੇ। ਬੀਬੀ ਭਾਨੀ ਜੀ ਆਪਣੇ ਆਗਿਆਕਾਰ ਪੁੱਤਰ ਨੂੰ ਇਉਂ ਅਸੀਸ ਦਿੰਦੇ ਸਨ, ਹੇ ਪੁੱਤਰ ਤੈਨੂੰ ਮਾਂ ਇਹ ਅਸੀਸ ਦਿੰਦੀ ਹੈ ਕਿ ਤੈਨੂੰ ਪ੍ਰਭੂ ਅੱਖ ਝਮਕਣ ਦੀ ਸਮੇਂ ਲਈ ਵੀ ਨਾ ਭੁੱਲੇ, ਤੂੰ ਜਗਤ ਪਾਲਕ ਈਸ਼ਵਰ ਦਾ ਨਾਮ ਜਪਦਾ ਰਹੇ। ਇਸ ਅਸੀਸ ਨੂੰ ਗੁਰੂ ਅਰਜਨ ਦੇਵ ਨੇ ਗੁਰਬਾਣੀ ਵਿੱਚ ਇਵੇਂ ਲਿਖਿਆ ਹੈ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਰਹਾਓ। ਮਾਤਾ ਭਾਨੀ ਜੀ 1598 ਈਸਵੀ ਨੂੰ ਤਰਨਤਾਰਨ ਵਿਖੇ ਪਰਲੋਕ ਸਿਧਾਰ ਗਏ। ਗੁਰੂ ਅਰਜਨ ਦੇਵ ਜੀ ਇੱਥੇ ਇਹਨਾਂ ਦਾ ਅੰਗੀਠਾ ਬਣਾਇਆ। ਉੱਥੇ ਹੀ ਇਹਨਾਂ ਦੀ ਯਾਦ ਵਿੱਚ ਖੂਹ ਵੀ ਹੈ, ਜਿਸ ਨਾਲ ਲਾਗੇ ਇੱਕ ਬਾਗ ਵੀ ਸੀ। ਪਰ ਹੁਣ ਪੁਰਾਣਾ ਨਿੱਕਾ ਜਿਹਾ ਗੁਰਦੁਆਰਾ ਢਾਹ ਕੇ ਇੱਕ ਵੱਡਾ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ। ਬੀਬੀ ਭਾਨੀ ਜੀ ਸਰਬ ਗੁਣਾਂ ਦੇ ਭੰਡਾਰ ਸਨ। ਆਪ ਮਿਲਾਪੜੇ, ਸਹਿਯੋਗੀ, ਸੇਵਾ ਸਿਮਰਨ ਦੀ ਸੂਰਤ, ਸਹਿਣਸ਼ੀਲ, ਸੰਜਮੀ, ਧੀਰਜਵਾਨ, ਸਬਰ ਤੇ ਸੰਤੋਖ ਭਰਪੂਰ ਸਨ ਅਤੇ ਨਿਮਰਤਾ, ਆਗਿਆਕਾਰੀ, ਪਰਉਪਕਾਰੀ, ਸਦਾਚਾਰੀ ਦੇ ਵੀ ਪੁੰਨ ਸਨ। ਪ੍ਰਭੂ ਭਾਣੇ ਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਸਮਾਜ ਲਈ ਜੋ ਕੁਝ ਅਰਪਣ ਕਰ ਸਕਦੇ ਸਨ ਕੀਤਾ। ਆਪ ਦਾ ਜੀਵਨ ਆਉਣ ਵਾਲੀ ਪੀੜ੍ਹੀ ਲਈ ਇੱਕ ਆਦਰਸ਼ ਤੇ ਚਾਨਣ ਮੁਨਾਰੇ ਦਾ ਕੰਮ ਦਿੰਦਾ ਹੈ। ਆਪਣੇ ਇਹ ਗੁਣ ਆਪਣੇ ਲਾਡਲੇ ਗੁਰੂ ਅਰਜਨ ਦੇਵ ਜੀ ਵਿੱਚ ਪ੍ਰਚਲਿਤ ਕਰਕੇ ਗਏ, ਜਿਹੜੇ ਸਿੱਖ ਇਤਿਹਾਸ ਵਿੱਚ ਮਹਾਨ ਕੁਰਬਾਨੀ ਕਰ ਗਏ। ਆਪ ਇੱਕ ਮਹਾਨ ਸ਼ਹੀਦ ਦੇ ਮਾਤਾ ਸਨ। ਮਾਤਾ ਜੀ ਤੁਹਾਨੂੰ ਲੱਖ ਲੱਖ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਚੁੱਕ ਮਾਫ਼।